ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਡਹੰਸ ਮਹੱਲਾ ਪੰਜਵਾ। ਤੂੰ ਜਾਣਾ ਇਹ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਤੂੰ ਜਾਣਾ ਇਹ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਤੂੰ ਅਚਰਜ ਕੁਦਰਤ ਤੇਰੀ ਬਿਸਮਾਰ ਰਹਾਉ। ਤੁਧ ਆਪੇ ਕਾਰਣ ਆਪੇ ਕਰਣਾ, ਹੁਕਮੇ ਜੰਮਣਾ ਹੁਕਮੇ ਮਰਣਾ। ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ ਤੁਮਾਰੀ। ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ ਤੁਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਯਾਮੀ ਭਗਤ ਵਛਲ ਪਤਿਤ ਪਾਵਨ, ਤੁਮ ਮਿਹਰਬਾਨ ਦਾਸ ਹਮ ਦੀਨਾ। ਮਿਹਰਬਾਨ ਜਗਤ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ, ਗੁਰੂ ਰੰਗ 'ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਜੇਠ ਦੀ ਸਕਰਾਂਤ ਦਾ ਦਿਨ ਜਾਣਦਿਆਂ ਗੁਰੂ ਚਰਨਾਂ ਵਿੱਚ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਨਤਮਸਤਕ ਹੋ ਰਹੇ ਹੋ। ਗੁਰਦੇਵ ਦੀ ਧੁਰਕੀ ਬਾਣੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖਵਾਕ ਗੁਰਦੇਵ ਨੇ ਬਖਸ਼ਿਸ਼ ਕੀਤੇ ਹਨ। ਗੁਰੂ ਚਰਨਾਂ ਦਾ ਆਸਰਾ ਲੈ ਕੇ ਵਿਚਾਰੀਏ। ਮੁਖਵਾਕ ਦੀ ਵਿਚਾਰ ਤੋਂ ਉਪਰੰਤ ਜੇਠ ਦੇ ਮਹੀਨੇ ਦੀ ਸਕਰਾਂਤ ਦੁਆਰਾ ਜੋ ਉਪਦੇਸ਼ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਉਹ ਵੀ ਵਿਚਾਰਾਂਗੇ ਗੁਰੂ ਸਾਹਿਬ ਦੀ ਦਇਆ ਨਾਲ। ਗੁਰਬਾਣੀ ਦੀ ਵਿਚਾਰ ਇਹ ਬ੍ਰਹਮ ਦੀ ਵਿਚਾਰ ਹੈ। ਇੱਕ ਗੱਲ ਹਿਰਦੇ ਵਿੱਚ ਸੁਨਿਸ਼ਚਿਤ ਕਰਨੀ ਚਾਹੀਏ ਕਿ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ ਤਾਂ ਮਨ 'ਚ ਇਹ ਭਾਵ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਦੀ ਵਿਚਾਰ ਬ੍ਰਹਮ ਦੀ ਵਿਚਾਰ ਹੈ, ਪਰਮੇਸ਼ਰ ਦੀ ਵਿਚਾਰ ਹੈ। ਔਰ ਇਹ ਉਹ ਵਿਚਾਰ ਹੈ ਜਿਸ ਵਿਚਾਰ ਨਾਲ ਸਾਡੇ ਹਿਰਦੇ ਵਿੱਚ ਉੱਠਣ ਵਾਲੀਆਂ ਜਿਹੜੀਆਂ ਮਲੀਨ ਵਿਚਾਰਾਂ ਨੇ, ਮਲਨ, ਉਹਨਾਂ ਵਿਚਾਰਾਂ ਨੂੰ ਗੁਰਬਾਣੀ ਦੀ ਵਿਚਾਰ ਸ਼ਾਂਤ ਕਰਦੀ ਹੈ। ਪਾਤਸ਼ਾਹ ਦੇ ਬਚਨ ਨੇ ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੈ।
ਗੁਰਬਾਣੀ ਦੀ ਵਿਚਾਰ ਨਾਲ ਆਪਣੇ ਅੰਦਰ ਦੀਆਂ ਜਿਹੜੀਆਂ ਉੱਠਣ ਵਾਲੀਆਂ ਮਾੜੀਆਂ ਭੈੜੀਆਂ ਵਿਚਾਰਾਂ ਨੇ ਉਹਨਾਂ ਨੂੰ ਮਾਰਨਾ ਹੈ। ਮਲਨ ਵਿਚਾਰਾਂ। ਅੰਤਸ਼ਕਰਨ ਮਲੀਨ ਹੈ, ਇਹਦਾ ਬੋਧ ਕਦੋਂ ਹੁੰਦਾ ਹੈ? ਕਿਵੇਂ ਪਤਾ ਲੱਗੇ ਕਿ ਸਾਡਾ ਮਨ ਮੈਲਾ ਹੈ? ਤਾਂ ਇਹਦੀਆਂ ਕਈ ਨਿਸ਼ਾਨੀਆਂ ਮਹਾਂਪੁਰਸ਼ ਮਹਾਤਮਾ ਦੱਸਦੇ ਨੇ। ਮਲੀਨ ਮਨ ਹੈ, ਸਭ ਤੋਂ ਪਹਿਲੀ ਨਿਸ਼ਾਨੀ ਇਹ ਹੈ ਕਿ ਜਦੋਂ ਬਾਣੀ ਪੜ੍ਹਨ ਲੱਗੋ, ਜਦੋਂ ਸੰਗਤ ਕਰਨ ਲੱਗੋ, ਜਦੋਂ ਕਥਾ ਸੁਣਨ ਲੱਗੋ, ਇਹ ਮਨ ਇੱਕ ਜਗ੍ਹਾ ਤੇ ਇਕਾਗਰ ਨਾ ਹੋਵੇ, ਸੱਜੇ ਖੱਬੇ ਭੱਜੇ, ਕਈ ਤਰ੍ਹਾਂ ਦੇ ਫੁਰਨੇ ਕਰੇ, ਤਾਂ ਸਮਝ ਲੈਣਾ ਕਿ ਮਨ ਮਲੀਨ ਹੈ, ਮਨ ਮੈਲਾ ਹੈ। ਇਹ ਨਿਸ਼ਾਨੀ ਹੈ ਮਨ ਮੈਲੇ ਦੀ। ਦੂਸਰੀ ਨਿਸ਼ਾਨੀ ਹੈ ਇਸ ਮਲਨ ਮਨ ਦੀ ਕਿ ਸਾਡਾ ਅੰਤਸ਼ਕਰਨ ਮਲੀਨ ਹੈ, ਮੈਲਾ ਹੈ। ਕਿਵੇਂ ਜਾਣੀਏ? ਜਦੋਂ ਕਿਸੇ ਦੂਸਰੇ ਦੀ ਪ੍ਰਭਤਾ ਵੇਖੀਏ, ਦੂਸਰੇ ਦੀ ਵਡਿਆਈ ਵੇਖੀਏ, ਤੇ ਦੂਸਰੇ ਦੀ ਪ੍ਰਭਤਾ ਤੇ ਵਡਿਆਈ ਵੇਖ ਕੇ ਸਾਡੇ ਮਨ ਵਿੱਚ ਈਰਖਾ ਪੈਦਾ ਹੋਣ ਲੱਗ ਪਵੇ ਤਾਂ ਸਮਝ ਲੈਣਾ ਮਨ ਮੈਲਾ ਹੈ, ਹਿਰਦਾ ਮੈਲਾ ਹੈ। ਕਿਸੇ ਦੂਸਰੇ ਦਾ ਐਸ਼ਵਰਜ, ਕਿਸੇ ਦੂਸਰੇ ਦਾ ਸੁੱਖ ਵੇਖ ਕੇ ਮਨ ਵਿੱਚ ਈਰਖਾ ਪੈਦਾ ਹੋ ਜਾਣੀ ਮਲਨ ਮਨ ਦੀ ਨਿਸ਼ਾਨੀ ਹੈ। ਪਰਾਈ ਵਸਤੂ, ਪਰਾਇਆ ਤਨ, ਪਰਾਇਆ ਧਨ ਵੇਖ ਕੇ ਇਸ ਮਨ 'ਚ ਸੰਕਲਪ ਪੈਦਾ ਹੋ ਜਾਏ ਕਿ ਮੇਰਾ ਹੋਣਾ ਚਾਹੀਦਾ ਹੈ, ਇਹ ਮਲਨ ਮਨ ਦੀ ਨਿਸ਼ਾਨੀ ਹੈ, ਮੈਲੇ ਮਨ ਦੀ ਨਿਸ਼ਾਨੀ ਹੈ। ਕੋਈ ਵੀ ਮਾੜਾ ਫੁਰਨਾ, ਕਿਸੇ ਦੀ ਨਿੰਦਾ ਕਰਨ ਜਾਂ ਚੁਗਲੀ ਕਰਨ ਦਾ ਫੁਰਨਾ ਪੈਦਾ ਹੋਵੇ ਤਾਂ ਸਮਝ ਲੈਣਾ ਮਲੀਨ ਮਨ ਦੀ ਨਿਸ਼ਾਨੀ ਹੈ। ਇਹ ਪੈਮਾਨਾ ਹੈ ਜਿਸ ਪੈਮਾਨੇ ਵਿੱਚ ਜਾਣਿਆ ਜਾ ਸਕਦਾ ਹੈ ਕਿ ਇਹ ਮਨ ਮੈਲਾ ਹੈ ਕਿ ਸ਼ੁੱਧ। ਹੁਣ ਸ਼ੁੱਧ ਹੋ ਰਿਹਾ ਉਹਦੇ ਬਾਰੇ ਕਿਵੇਂ ਸਮਝੀਏ ਕਿ ਮਲਨ ਮਨ ਸ਼ੁੱਧ ਹੋ ਰਿਹਾ, ਇਹਦੀ ਮੈਲ ਧੁੱਪ ਰਹੀ ਹੈ, ਉਹਦਾ ਗਿਆਨ ਕਿਵੇਂ ਹੋਵੇ? ਜਦੋਂ ਇਸ ਮਨ ਵਿੱਚ ਕਦੇ ਸ਼ੁਭ ਫੁਰਨਾ ਪੈਦਾ ਹੋਵੇ ਕਿ ਮੈਂ ਹੁਣ ਗੁਰਬਾਣੀ ਪੜ੍ਹ ਲਵਾਂ, ਸਾਧਨਾ ਕਰ ਲਵਾਂ, ਕਥਾ ਸੁਣ ਲਵਾਂ, ਕੀਰਤਨ ਸੁਣ ਲਵਾਂ, ਕੋਈ ਭਲਾ ਕਰਮ ਕਰ ਲਵਾਂ, ਸੇਵਾ ਕਰ ਲਵਾਂ, ਜਦੋਂ ਇਹ ਚੰਗੇ ਫੁਰਨੇ ਹਿਰਦੇ 'ਚ ਉਤਪੰਨ ਹੋਣ ਲੱਗ ਪੈਣ ਤਾਂ ਸਮਝ ਲੈਣਾ ਚਾਹੀਦਾ ਕਿ ਮਨ ਸ਼ੁੱਧ ਹੋ ਰਿਹਾ, ਇਹਦੀ ਮੈਲ ਧੁੱਪ ਰਹੀ ਹੈ। ਮਲੀਨ ਵਿਚਾਰਾਂ ਨੂੰ ਸ਼ਾਂਤ ਕਰਨ ਵਾਸਤੇ ਗੁਰਬਾਣੀ ਦੀ ਵਿਚਾਰ ਅਤੀ ਜ਼ਰੂਰੀ ਹੈ। ਮਲਨ ਵਿਚਾਰਾਂ, ਮੰਦ ਵਿਚਾਰਾਂ ਸ਼ਾਂਤ ਹੋ ਜਾਣ। ਜਦੋਂ ਮੰਦ ਵਿਚਾਰਾਂ ਸ਼ਾਂਤ ਹੁੰਦੀਆਂ ਨੇ ਤਾਂ ਮਹਾਰਾਜ ਜੀ ਕਹਿੰਦੇ ਆ ਫਿਰ ਉਹ ਆਪਣੇ ਮਨ ਨੂੰ ਮਾਰ ਲੈਂਦੇ ਆ। ਵਿਚਾਰ ਮਾਰੈ ਤਰੈ ਤਾਰੈ, ਆਪ ਵੀ ਤਰ ਜਾਂਦੇ, ਦੂਜਿਆਂ ਨੂੰ ਵੀ ਤਾਰਨ ਦੇ ਸਮਰੱਥ ਹੋ ਜਾਂਦੇ। ਉਲਟ ਜੋਨ ਨਾ ਆਵੇ। ਗੁਰਬਾਣੀ ਦੀ ਵਿਚਾਰ ਦਾ ਏਡਾ ਵੱਡਾ ਪ੍ਰਤਾਪ ਹੈ ਕਿ ਜਿਹੜਾ ਗੁਰਬਾਣੀ ਨੂੰ, ਬ੍ਰਹਮ ਨੂੰ ਵਿਚਾਰਦਾ ਹੈ, ਵਿਚਾਰ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦਾ ਹੈ, ਉਹ ਮੁੜ ਕੇ ਜੋਨੀਆਂ ਵਿੱਚ ਨਹੀਂ ਆਉਂਦਾ, ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਂਦਾ। ਸਾਡੇ ਵੱਡੇ ਭਾਗ ਹਨ ਕਿ ਸਾਨੂੰ ਗੁਰਬਾਣੀ ਪੜ੍ਹਨ, ਸੁਣਨ ਤੇ ਵਿਚਾਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਮਨ ਬਿਰਤੀਆਂ ਇਕਾਗਰ ਕਰੀਏ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੜਹੰਸ ਮਹੱਲਾ ਪੰਜਵਾ। ਤੂੰ ਜਾਣਾ ਇਹ ਤਾਂ ਕੋਈ ਜਾਣਾ। ਵਡਹੰਸ ਰਾਗ ਹੈ, ਵਿਰਾਗਮਈ ਰਾਗ ਹੈ।
ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ 3 ਜੂਨ ਨੂੰ। ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਨੇ ਕਿ ਜਿਸ ਵਕਤ ਰਾਵੀ ਦਰਿਆ ਦੇ ਕੰਢੇ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣਾ 5 ਭੌਤਿਕ ਸਰੀਰ ਤਿਆਗਿਆ, ਬਾਬਾ ਬਿਧੀ ਚੰਦ ਭਾਈ ਜੇਠਾ ਪੈੜਾ ਲੰਗਾ ਜੀ ਵਰਗੇ ਗੁਰਮੁਖ ਗੁਰਸਿੱਖ ਤੇ ਲਾਹੌਰ ਸ਼ਹਿਰ ਦੇ ਕੁਝ ਸਿੱਖ ਮਹਾਰਾਜ ਜੀ ਦੇ ਪਾਸ ਬੈਠੇ ਸਨ ਕਿ ਇਤਨੇ ਨੂੰ 2 ਰਬਾਬੀ ਸਿੱਖ ਆਏ। ਪਤਾ ਲੱਗਾ ਕਿ ਪੰਜਵੇਂ ਪਾਤਸ਼ਾਹ ਸੱਚਖੰਡ ਚਲੇ ਗਏ ਨੇ, ਤਾਂ ਉੱਥੇ ਹੀ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਉਹਨਾਂ ਰਬਾਬੀਆਂ ਨੇ ਵਡਹੰਸ ਰਾਗ ਵਿੱਚ ਕੀਰਤਨ ਗਾਇਨ ਕੀਤਾ, ਕਿਉਂਕਿ ਵਡਹੰਸ ਰਾਗ ਵੈਰਾਗਮਈ ਰਾਗ ਹੈ। ਜਦੋਂ ਵੈਰਾਗ ਦਾ ਮਾਹੌਲ ਹੋਵੇ ਉਦੋਂ ਵਡਹੰਸ ਰਾਗ ਗਾਇਨ ਕੀਤਾ ਜਾਂਦਾ ਹੈ। ਵੈਰਾਗ ਤੋਂ ਬਿਨਾਂ ਪਰਮਾਰਥ ਦੇ ਰਸਤੇ ਤੇ ਟੁਰਿਆ ਨਹੀਂ ਜਾ ਸਕਦਾ, ਚੱਲਿਆ ਨਹੀਂ ਜਾ ਸਕਦਾ। ਪ੍ਰਭੂ ਦੇ ਦਰਸ਼ਨਾਂ ਦੀ ਸਿੱਖ ਤਦੇ ਜਾਗੇਗੀ ਜੇ ਮਨ 'ਚ ਵੈਰਾਗ ਹੋਵੇਗਾ। ਬਿਨਾਂ ਵੈਰਾਗ ਤੋਂ ਪਰਮਾਰਥ ਦੇ ਪੰਧ ਹੀ ਨਹੀਂ ਬਣਿਆ ਜਾ ਸਕਦਾ। ਵੈਰਾਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਨੇਤਰਾਂ ਵਿੱਚੋਂ ਪਾਣੀ ਚੱਲੇ, ਉਸੇ ਨੂੰ ਵੈਰਾਗ। ਹਾਂ, ਵੈਰਾਗ ਦਾ ਇੱਕ ਹਿੱਸਾ ਹੈ ਕਿ ਨੇਤਰ ਸਜਲ ਹੁੰਦੇ ਨੇ। ਵੈਰਾਗ ਦਾ ਮਤਲਬ ਹੁੰਦਾ ਜਦੋਂ ਤੁਹਾਡੇ ਹਿਰਦੇ 'ਚ ਕੋਈ ਖਵਾਹਿਸ਼, ਕੋਈ ਕਾਮਨਾ ਨਾ ਰਹੇ, ਉਹਨੂੰ ਕਹਿੰਦੇ ਨੇ ਵੈਰਾਗ। ਧਰਮ ਗ੍ਰੰਥਾਂ ਵਿੱਚ ਇਹਦੇ ਬਾਰੇ ਇਸ ਤਰ੍ਹਾਂ ਕਹਿੰਦੇ ਨੇ ਕਿ ਵੈਰਾਗ ਦੀ ਪਰਿਭਾਸ਼ਾ ਕੀ ਹੈ, ਇਹਨੂੰ ਸਮਝਣਾ ਹੋਵੇ ਕਿਵੇਂ ਸਮਝੀਏ। ਉਹ ਕਹਿੰਦੇ ਬ੍ਰਹਮ ਲੋਕ ਤੱਕ ਭੋਗ ਜਿਤ ਕਾਕ ਵਿਸ਼ਟ ਸਮ ਜਾਨ, ਇਹਨੂੰ ਵੈਰਾਗ ਕਹਿੰਦੇ ਆ। ਇਸ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿਤਨੇ ਸੁੱਖ ਨੇ, ਜਿਤਨੇ ਪਦਾਰਥ ਨੇ, ਜਿਤਨੇ ਭੋਗ ਨੇ, ਉਹਨਾਂ ਨੂੰ ਇਸ ਤਰ੍ਹਾਂ ਸਮਝਣਾ ਜਿਵੇਂ ਕਾਂ ਦੀ ਵਿੱਠ ਹੁੰਦੀ ਹੈ। ਕਾਂ ਗੰਦ ਖਾਂਦਾ, ਹੁਣ ਕਾਂ ਦੀ ਵਿਸ਼ਟਾ, ਕਾਂ ਦੀ ਵਿੱਠ ਕਿਤਨੀ ਗੰਦੀ ਹੁੰਦੀ ਹੈ। ਕਹਿੰਦੇ ਏਦਾਂ ਸੰਸਾਰ ਤੋਂ ਲੈ ਕੇ ਬ੍ਰਹਮ ਲੋਕ ਤੱਕ ਦੇ ਜਿਤਨੇ ਸੁੱਖ ਨੇ, ਉਹਨਾਂ ਨੂੰ ਇਸ ਤਰ੍ਹਾਂ ਸਮਝਣਾ ਜਿਵੇਂ ਕਾਂ ਦੀ ਵਿੱਠ ਹੁੰਦੀ ਹੈ। ਇਹਨੂੰ ਕਹਿੰਦੇ ਆ ਵੈਰਾਗ, ਪਰਮ ਵੈਰਾਗ। ਪਰਮ ਵੈਰਾਗ ਜਿਹੜਾ ਹੈ ਇਸੇ ਨੂੰ ਕਿਹਾ ਜਾਂਦਾ ਹੈ ਜਦੋਂ ਤੁਹਾਡੇ ਹਿਰਦੇ 'ਚ ਕਿਸੇ ਵਸਤੂ ਦੀ, ਕਿਸੇ ਪਦਾਰਥ ਦੀ ਕੋਈ ਖਵਾਹਿਸ਼ ਨਾ ਰਹੇ, ਉਹਨੂੰ ਕਹਿੰਦੇ ਨੇ ਵੈਰਾਗ। ਗੁਰਦੇਵ ਨੇ ਵਡਹੰਸ ਰਾਗ ਗਾਇਆ ਕਿ ਗੁਰਸਿੱਖ ਦੇ ਹਿਰਦੇ 'ਚ ਵੈਰਾਗ ਪੈਦਾ ਹੋਵੇ। ਉਦਾਸੀ ਵਾਲਾ ਵੈਰਾਗ ਨਹੀਂ, ਇਹ ਵੈਰਾਗ ਖੇੜੇ ਵਾਲਾ ਵੈਰਾਗ ਹੈ। ਇੱਕ ਵੈਰਾਗ ਹੁੰਦਾ ਜਦੋਂ ਹਿਰਦੇ 'ਚ ਨਮੋਸ਼ੀ ਜੀ ਆ ਜਾਏ, ਮੇਰਾ ਤਾਂ ਕੋਈ ਨਹੀਂ, ਮਨ ਵਿੱਚ ਏਦਾਂ ਦਾ ਉਦਾਸੀ ਦਾ ਭਾਵ ਬਣ ਜਾਏ। ਗੁਰਮਤਿ ਦਾ ਵੈਰਾਗ ਖੇੜੇ ਦਾ ਵੈਰਾਗ ਹੈ ਕਿ ਕਿਸੇ ਪਦਾਰਥ ਦੀ ਚਾਹਨਾ ਨਹੀਂ, ਪਰ ਮਨ 'ਚ ਇਹ ਭਾਵਨਾ ਹੈ ਕਿ ਮੇਰਾ ਸੁਆਮੀ ਹਰ ਵੇਲੇ ਮੇਰੇ ਨਾਲ ਹੈ, ਹਰ ਵੇਲੇ ਮੇਰੇ ਅੰਗ ਸੰਗ ਹੈ। ਗੁਰਮਤਿ ਦਾ ਵੈਰਾਗ ਘਰ ਨਹੀਂ ਛਡਾਉਂਦਾ। ਦੁਨੀਆ ਵਿੱਚ ਜਿਹੜੇ ਵੈਰਾਗੀ ਲੋਕ ਪਹਿਲੇ ਹੋਏ, ਉਹਨਾਂ ਘਰ ਛੱਡ ਦਿੱਤਾ, ਰਾਜਿਆਂ ਨੇ ਰਾਜ ਭਾਗ ਛੱਡ ਦਿੱਤੇ, ਘਰ-ਬਾਰ ਤਿਆਗ ਕੇ ਚਲੇ ਗਏ। ਗੁਰਮਤਿ ਦਾ ਵੈਰਾਗ ਘਰ ਨਹੀਂ ਛਡਾਉਂਦਾ, ਪਰਿਵਾਰ ਨਹੀਂ ਛਡਾਉਂਦਾ। ਗੁਰਮਤਿ ਦਾ ਵੈਰਾਗ ਉਹਨਾਂ ਦੀ ਮਮਤਾ ਛਡਾ ਦਿੰਦਾ, ਉਹਨਾਂ ਦਾ ਮੋਹ ਛਡਾ ਦਿੰਦਾ। ਵਡਹੰਸ ਰਾਗ ਵੈਰਾਗਮਈ ਰਾਗ ਹੈ। ਵੈਰਾਗ ਦੇ ਸਮੇਂ ਰਾਗੀ ਸਿੰਘ ਵਡਹੰਸ ਰਾਗ ਨੂੰ ਗਾਇਨ ਕਰਦੇ ਹਨ। ਪਿਆਰਾ ਰਾਗ ਹੈ। ਵਡਹੰਸ ਰਾਗ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ, ਮਹੱਲਾ ਪੰਜਵਾਂ, ਇੱਥੇ ਮੰਮਾ ਅੱਖਰ ਲਿਖ ਕੇ ਅੱਗੇ 2 ਬਿੰਦੂ ਪਾਏ ਨੇ। ਹਾਹਾ ਤੇ ਲੱਲੇ ਨੂੰ ਕੰਨਾ ਅੱਗੇ ਲਿਖਿਆ ਹੋਇਆ ਨਹੀਂ ਆਇਆ,
पर आपां फिर भी कह रहे हैं महला पंजवां। ਜਿਹੜੇ दो बिंदु पाए हुए ने मम्मे अखर दे अगे, ਉਹ ਹਾਹਾ ਤੇ ਲੱਲਾ ਦੋਨਾਂ ਦਾ ਵਾਚਕ ਨੇ ਕਿ ਭਾਈ ਇਹਨੂੰ ਮਹੱਲਾ ਉਚਾਰਨ ਕਰਨਾ, ਇਹ ਸੰਕੇਤ ਦਿੱਤਾ। ਇਹ ਗੁਰਬਾਣੀ ਦੀ ਨਿਯਮਾਵਲੀ ਵੀ ਹੈ। ਤੋ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਨੇ, ਤੂੰ ਜਾਣਾਹੇ ਤਾਂ ਕੋਈ ਜਾਣੈ, ਤੂੰ ਜਾਣਾਹੇ ਤਾਂ ਕੋਈ ਜਾਣੈ। ਤੂੰ ਜਣਾਉਂਦਾ ਹੈ ਤਾਂ ਕੋਈ ਜਾਣਦਾ। ਜੇ ਤੂੰ ਜਣਾਏ ਹੀ ਨਾ ਤੇ ਕਿਵੇਂ ਕੋਈ ਜਾਣੇ, ਜੇ ਤੂੰ ਬੁਝਾਏ ਹੀ ਨਾ ਤੇ ਕਿਵੇਂ ਕੋਈ ਬੁੱਝੇ। ਕੀ ਤਾਕਤ ਹੈ ਕਿਸੇ ਦੀ ਕਿ ਤੈਨੂੰ ਜਾਣ ਸਕੇ। हे प्रभु, हे बालक, हे गोबिंद, हे ईश्वर, तेनू ਉਹੀ ਜਾਣਦੇ ਨੇ ਜਿਨ੍ਹਾਂ ਨੂੰ ਤੂੰ ਆਪਣਾ ਆਪ ਜਣਾ ਦਿੰਦਾ ਕਿ ਮੈਂ ਹਾਂ। ਬਹੁਤਿਆਂ ਨੂੰ ਤਾਂ ਤੂੰ ਇਹੀ ਜਣਾਇਆ ਹੋਇਆ ਵੀ ਮੈਂ ਹਾਂ ਹੀ ਨਹੀਂ। ਉਹ ਇਹੀ ਕਹਿੰਦੇ ਆ ਜੀ ਰੱਬ ਤਾਂ ਹੁੰਦਾ ਹੀ ਨਹੀਂ, ਪਰਮੇਸ਼ਰ ਤਾਂ ਹੁੰਦਾ ਹੀ ਨਹੀਂ, ਇਹ ਤਾਂ ਗੱਲਾਂ ਨੇ। ਜਿਨ੍ਹਾਂ ਨੂੰ ਨਹੀਂ ਜਣਾਇਆ, ਜਿਨ੍ਹਾਂ ਨੂੰ ਨਹੀਂ ਬੁਝਾਇਆ, ਉਹ ਇਹੀ ਆਖਦੇ ਨੇ। ਜਿਨ੍ਹਾਂ ਨੂੰ ਬੁਝਾ ਦਿੱਤਾ, ਜਣਾ ਦਿੱਤਾ, ਉਹਨਾਂ ਨੇ ਜਾਣ ਲਿਆ ਕਿ ਤੂੰ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਤੂੰ ਰਹੇਗਾ। ਜਿਨ੍ਹਾਂ ਨੂੰ ਜਣਾਇਆ ਉਹਨਾਂ ਨੇ ਜਾਣ ਲਿਆ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਜਨਮਿਆ ਪ੍ਰਿਥੀ ਚੰਦ। ਬਾਬਾ ਮਹਾਦੇਵ ਵੀ ਜਾਣਦੇ ਨੇ, ਸਾਡੇ ਪਿਤਾ ਗੁਰਦੇਵ ਨੇ। ਗੁਰੂ ਅਰਜਨ ਦੇਵ ਸਾਹਿਬ ਵੀ ਜਾਣਦੇ ਨੇ, ਮੇਰੇ ਪਿਤਾ ਦੀਨ ਦੁਨੀਆ ਦੇ ਮਾਲਕ ਨੇ। ਘਰ ਵਿੱਚ ਜਨਮਿਆ ਵੱਡਾ ਪੁੱਤਰ ਹੈ ਪ੍ਰਿਥੀ ਚੰਦ। ਉਹਨੂੰ ਗੁਰੂ ਰਾਮਦਾਸ ਸਾਹਿਬ ਨੇ ਆਪਣਾ ਆਪ ਨਹੀਂ ਜਣਾਇਆ, ਸਗੋਂ ਮਹਾਰਾਜ ਜੀ ਨਾਲ ਆ ਕੇ ਝਗੜਦਾ ਹੈ। ਜਦੋਂ ਝਗੜਦਾ ਹੈ ਤੇ ਪਾਤਸ਼ਾਹ ਕਹਿੰਦੇ ਕਾਹੇ ਪੂਤ ਝਗੜਤ ਹੋ ਸੰਗ ਬਾਪ। हे ਪੁੱਤਰ, ਪਿਤਾ ਨਾਲ ਕਿਉਂ ਝਗੜਦਾ? ਜਿਹਦਾ ਜਣਿਆ ਹੋਇਆ, ਜਿਹਦਾ ਪਾਲਿਆ ਹੋਇਆ, ਉਸ ਪਿਤਾ ਨਾਲ ਝਗੜੇਗਾ ਤੇ ਝਗੜਨ ਦਾ ਪਾਪ ਲੱਗਦਾ। ਪੁੱਤਰ ਪਿਤਾ ਨਾਲ ਝਗੜੇ ਤਾਂ ਪੁੱਤਰ ਦੇ ਉੱਤੇ ਦੋਸ਼ ਹੈ, ਪਾਪ ਹੈ। ਪੁੱਤਰ ਦਾ ਕਰਤੱਵ ਨਹੀਂ ਆਪਣੇ ਪਿਤਾ ਨਾਲ ਝਗੜਾ ਕਰੇ। ਪਿਤਾ ਜਿਸ ਨੇ ਜਨਮ ਦਿੱਤਾ, ਪਿਤਾ ਨਾਲ ਝਗੜਨ ਦਾ ਕਰਮ ਹੈ ਹੀ ਨਹੀਂ, ਪੁੱਤਰ ਦਾ ਧਰਮ ਹੀ ਨਹੀਂ। ਅੱਜ ਕੱਲ ਪੁੱਤਰ ਜੇ ਕਿਤੇ ਪਿਓ ਦੀ ਜੁੱਤੀ ਦੇ ਵਿੱਚ ਪੈਰ ਪਾਣ ਲੱਗ ਪੈਣ, ਬਰਾਬਰ ਦੇ ਹੋ ਜਾਣ ਤੇ ਗਲਾਵੇਂ ਤੱਕ ਨੂੰ ਹੱਥ ਪਾ ਲੈਂਦੇ ਆ। ਇਹੋ ਜਿਹਾ ਸਮਾਂ ਆ ਗਿਆ ਕਲੀ ਕਾਲ ਦਾ। ਪੁੱਤਰ ਦਾ ਧਰਮ ਨਹੀਂ ਆਪਣੇ ਪਿਤਾ ਨਾਲ ਝਗੜੇ, ਉਹਦੇ ਸਾਹਮਣੇ ਉੱਚੀ ਆਵਾਜ਼ ਵਿੱਚ ਬੋਲੇ। ਉਹਦਾ ਅਦਬ, ਉਹਦਾ ਸਤਿਕਾਰ ਇੱਕ ਪੁੱਤਰ ਦੇ ਹਿਰਦੇ 'ਚ ਹੋਣਾ ਚਾਹੀਦਾ। ਗੁਰੂ ਰਾਮਦਾਸ ਸਾਹਿਬ ਸਮਝਾਉਂਦੇ ਆ। ਗਰੀਬ ਨਵਾਜ ਪਾਤਸ਼ਾਹ ਨੇ ਜਿਨ੍ਹਾਂ ਨੂੰ ਆਪਣਾ ਆਪ ਜਣਾਇਆ ਉਹ ਜਾਣ, ਜਿਨ੍ਹਾਂ ਨੂੰ ਨਹੀਂ ਜਣਾਇਆ ਉਹ ਕੋਲ ਰਹਿ ਕੇ ਵੀ ਨਹੀਂ ਜਾਣ ਸਕੇ। ਪਾਤਸ਼ਾਹ ਉਦਾਹਰਣ ਦਿੰਦੇ ਨੇ। ਪਾਤਸ਼ਾਹ ਕਹਿੰਦੇ ਬਿਮਲ ਮਝਾਰ ਬਸ ਨਿਰਮਲ ਜਲ ਪਦ ਮਨ ਜਾਵਲ ਰੇ। ਪਾਣੀ ਦੇ ਵਿੱਚ ਕਮਲ ਦਾ ਫੁੱਲ ਵਸਦਾ, ਉਹਦੇ ਆਲੇ ਦੁਆਲੇ ਜਾਲ ਹੈ। ਐਨ ਉਸ ਕਮਲ ਦੀ ਜਿਹੜੀ ਨਾੜ ਹੈ ਉਹਦੀ ਜੜ ਦੇ ਵਿੱਚ ਡੱਡੂ ਰਹਿੰਦਾ। ਡੱਡੂ ਖਾਂਦਾ ਜਾਲਾ, ਉਹਨੂੰ ਕਮਲ ਦੇ ਫੁੱਲ ਦੀ ਸਾਰ ਦਾ ਨਹੀਂ ਪਤਾ। ਭੌਰਾ ਉਹ ਕਮਲ ਦੇ ਫੁੱਲ ਦੇ ਨੇੜੇ ਨਹੀਂ ਰਹਿੰਦਾ, ਦੂਰੋਂ ਆਉਂਦਾ ਉੱਡ ਕੇ। ਉਹ ਆ ਕੇ ਉਸ ਕਮਲ ਦੇ ਫੁੱਲ ਦੇ ਰਸ ਨੂੰ ਜਾਣਦਾ ਹੈ ਔਰ ਉਸ ਨੂੰ ਮਾਣਦਾ ਹੈ ਤੇ ਜੜ ਵਿੱਚ ਰਹਿ ਕੇ ਡੱਡੂ ਜਾਲਾ ਭਖਦਾ, ਉਸ ਕਮਲ ਵਿੱਚੋਂ ਪਰਾਗ ਨਹੀਂ ਲੈਂਦਾ।
ਪਾਖਸ ਸਿਬਾਲ ਬਸਸ ਨਿਰਮਲ ਜਲ। ਪਾਖਸ ਸਿਬਾਲ, ਸਿਬਾਲ ਕਹਿੰਦੇ ਆ ਵੀ ਉੱਥੋਂ ਦਾ ਜਾਲਾ ਜਿਹੜਾ ਉਹੀ ਉਹ ਪਖਦਾ ਖਾਂਦਾ। ਇਉਂ ਕਈ ਵਾਰ ਬਹੁਤ ਨੇੜੇ ਰਹਿਣ ਵਾਲੇ ਵੀ ਸਾਹਿਬ ਨੂੰ ਨਹੀਂ ਜਾਣ ਬੁੱਝ ਸਕਦੇ, ਨਹੀਂ ਬੁੱਝ ਸਕਦੇ, ਤੇ ਆਪਣੇ ਤੋਂ ਦੂਰ ਰਹਿਣ ਵਾਲਿਆਂ ਨੂੰ ਪਾਤਸ਼ਾਹ ਆਪਣਾ ਆਪ ਜਣਾ ਦਿੰਦੇ ਨੇ। ਖਾਲਸਾ ਜੀ, ਕਈ ਵਾਰ ਸਾਡੇ ਵਰਗੇ ਵਿਅਕਤੀ ਹਰ ਵੇਲੇ ਸਤਿਗੁਰਾਂ ਦੇ ਕੋਲ ਰਹਿਣ ਕਰਕੇ ਵੀ ਗੁਰੂ ਤੋਂ ਦੂਰ ਨੇ। ਸਾਨੂੰ ਮਹਾਰਾਜ ਜੀ ਨੇ ਸੇਵਾ ਬਖਸ਼ੀ ਹੈ, ਆਪਣੀ ਹਜ਼ੂਰੀ 'ਚ ਰੱਖਦੇ ਨੇ। ਧਾਰਮਿਕ ਖਿੱਤੇ ਦੇ ਵਿੱਚ ਸਾਨੂੰ ਸੇਵਾਵਾਂ ਸਾਹਿਬ ਨੇ ਬਖਸ਼ੀਆਂ ਨੇ, ਕੋਲ ਹੋ ਕੇ ਵੀ ਬਹੁਤ ਦੂਰ ਹੋ ਜਾਂਦੇ ਆ, ਕੋਲ ਹੋ ਕੇ ਵੀ। ਔਰ ਦੂਰ ਹੋਣ ਵਾਲੇ ਵੀ ਕਈ ਵਾਰ ਬਹੁਤ ਨੇੜੇ ਹਨ, ਬਹੁਤ ਨੇੜੇ। ਇਸੇ ਕਰਕੇ ਵਿਦਵਾਨ ਕਹਿੰਦੇ ਕਿ ਧਾਰਮਿਕ ਖਿੱਤੇ 'ਚ ਕੰਮ ਕਰਨ ਵਾਲੇ ਜਿਤਨੇ ਵੀ ਧਾਰਮਿਕ ਲੋਕ ਨੇ, ਜਿਨ੍ਹਾਂ ਨੂੰ ਧਾਰਮਿਕ ਸੇਵਾਵਾਂ ਮਿਲੀਆਂ ਹੋਈਆਂ, ਆਮ ਪ੍ਰੇਮੀ ਸੰਗਤ ਨੂੰ ਚਾਹੀਦਾ ਕਿ ਉਹਨਾਂ ਨਾਲ ਬਹੁਤਾ ਬੈਠਣ ਮਿਲਣ ਦੀ ਬਜਾਏ, ਕਿਉਂਕਿ ਜਦੋਂ ਉਹਨਾਂ ਵਿੱਚ ਬਹੁਤਾ ਬੈਠੋਗੇ ਮਿਲੋਗੇ ਤਾਂ ਉਹਨਾਂ ਦੀਆਂ ਕਮੀਆਂ ਤੁਹਾਨੂੰ ਨਜ਼ਰ ਆਉਣਗੀਆਂ। ਤੁਹਾਡੇ ਦਿਲਾਂ ਵਿੱਚ ਉਹਨਾਂ ਪ੍ਰਤੀ ਅਦਬ ਤੇ ਸਤਿਕਾਰ ਨਹੀਂ ਰਹੇਗਾ। ਤੁਸੀਂ ਚਾਹੁੰਦੇ ਹੋ ਕਿ ਧਾਰਮਿਕ ਵਿਅਕਤੀਆਂ ਦਾ ਅਦਬ ਤੇ ਸਤਿਕਾਰ ਤੁਹਾਡੇ ਹਿਰਦੇ 'ਚ ਬਣਿਆ ਰਹੇ, ਤਾਂ ਫਿਰ ਉਹਨਾਂ ਤੋਂ ਦੂਰ ਹੀ ਰਹਿਣਾ ਚੰਗਾ। ਇੱਥੋਂ ਤੱਕ ਵੀ ਵਿਦਵਾਨ ਲਿਖਦੇ ਆ, ਔਰ ਇਹ ਸੱਚ ਵੀ ਹੈ। ਜਿਹਨੂੰ ਸਾਹਿਬ ਨੇ ਆਪਣਾ ਆਪ ਜਣਾਣਾ ਉਸੇ ਨੇ ਬੁੱਝਣਾ। ਜਾਣਨ ਦਾ ਦਾਵਾ ਕਰਨ ਵਾਲਾ ਅਣਜਾਣ ਹੋ ਜਾਂਦਾ। ਜਿਹੜਾ ਇਹ ਦਾਵਾ ਕਰੇ ਮੈਂ ਜਾਣਦਾ ਹਾਂ, ਉਹ ਅਣਜਾਣ ਹੈ। ਸੋਈ ਅਜਾਨ ਕਹੈ ਮੈਂ ਜਾਨਾ, ਜਾਣਨ ਹਾਰ ਨਾ ਛਾਨਾ ਰੇ। ਉਹ ਅਣਜਾਣ ਹੈ ਜਿਹੜਾ ਕਹਿੰਦਾ ਮੈਂ ਬਹੁਤ ਕੁਝ ਜਾਣਦਾ ਹਾਂ। ਜਿਹੜਾ ਜਾਣ ਲੈਂਦਾ ਫਿਰ ਉਹ ਲੁਕਿਆ ਛਿਪਿਆ ਨਹੀਂ ਰਹਿੰਦਾ, ਉਹ ਸੁੱਤੇ ਸਿੱਧ ਪ੍ਰਗਟ ਹੋ ਜਾਂਦਾ। ਉਦੋਂ ਵਾਹਿਗੁਰੂ ਸੰਸਾਰ ਵਿੱਚ ਸੁੱਤੇ ਸਿੱਧ ਉਜਾਗਰ ਕਰ ਦਿੰਦਾ। ਤੂੰ ਜਿਨ੍ਹਾਂ ਨੂੰ ਤੂੰ ਜਣਾਉਂਦਾ ਹੈ, ਹੇ ਵਾਹਿਗੁਰੂ ਆਪਣਾ ਆਪ, ਉਹੀ ਤੈਨੂੰ ਜਾਣਦੇ ਹਨ। ਤੇਰਾ ਦੀਆ ਨਾਮ ਵਖਾਣਾ। ਫਿਰ ਪਾਤਸ਼ਾਹ ਕਹਿੰਦੇ, ਹੇ ਪ੍ਰਭੂ ਤੇਰਾ ਦਿੱਤਾ ਹੋਇਆ ਨਾਮ ਹੀ ਤੇਰੇ ਜਨ ਵਖਾਣਦੇ ਨੇ ਰਸਨਾ ਤੋਂ। ਤੇਰਾ ਹੀ ਦਿੱਤਾ ਹੋਇਆ ਨਾਮ। ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ੍ਹਾਂ ਨੂੰ ਤੂੰ ਜਣਾਉਣਾ ਉਹ ਜਾਣਦੇ ਨੇ, ਤੇ ਫਿਰ ਤੇਰੇ ਹੀ ਦਿੱਤੇ ਹੋਏ ਅੰਮ੍ਰਿਤ ਨਾਮ ਨੂੰ ਉਹ ਆਪਣੀ ਰਸਨਾ ਤੋਂ ਵਖਾਣਦੇ ਹਨ। ਤੂੰ ਜਿਨ੍ਹਾਂ ਨੂੰ ਦਿੰਦਾ ਹੈ ਆਪਣਾ ਨਾਮ, ਉਹੀ ਤੇਰੇ ਨਾਮ ਨੂੰ ਆਪਣੀ ਰਸਨਾ ਤੋਂ ਉਚਾਰਦੇ ਹਨ, ਆਰਾਧਦੇ ਹਨ, ਧਿਆਉਂਦੇ ਹਨ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਤੇਰਾ ਦੀਆ ਨਾਮ ਵਖਾਣੈ, ਤੇਰਾ ਦੀਆ ਨਾਮ ਵਖਾਣੈ, ਤੇਰਾ ਦੀਆ ਨਾਮ ਵਖਾਣੈ, ਤੇਰਾ ਦੀਆ ਨਾਮ ਵਖਾਣੈ, ਤੇਰਾ ਦੀਆ ਨਾਮ ਵਖਾਣੈ,
ਤੇਰਾ ਦੀਆ ਨਾਮ ਵਖਾਣ। ਤੇਰਾ ਦੀਆ ਨਾਮ ਬਖਾਣੈ, ਤੇਰਾ ਦੀਆ ਨਾਮ ਬਖਾਣੈ। ਤੇਰਾ ਦਿੱਤਾ ਹੋਇਆ ਨਾਮ ਤੇਰੇ ਪਿਆਰੇ ਵਖਾਣਦੇ ਨੇ ਆਪਣੀ ਰਸਨਾ ਤੋਂ। ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਹੇ ਵਾਹਿਗੁਰੂ ਤੂੰ ਅਸਚਰਜ ਹੈ, ਅਸਚਰਜ ਵਿਸਮਾਦ। ਜਿੱਥੇ ਜਾ ਕੇ ਕੁਝ ਬੋਲਣ ਵਾਸਤੇ ਸ਼ਬਦ ਬਾਕੀ ਨਾ ਰਹੇ ਕਿ ਹੁਣ ਕੀ ਬੋਲੀਏ, ਕੀ ਆਖੀਏ। ਗੁਰੂ ਖਾਲਸਾ ਜੀ ਉਹਨੂੰ ਕਹਿੰਦੇ ਆ ਅਸਚਰਜ ਵਿਸਮਾਦ। ਮੰਨ ਲਓ ਕਿ ਟੀਵੀ ਦੇ ਉੱਤੇ ਅਸੀਂ ਕੋਈ ਚੈਨਲ ਲਾਏ ਨੇ, 50-55 ਚੈਨਲ ਨੇ, ਜ਼ੀਰੋ ਤੇ ਆਉਣਾ ਹੋਵੇ ਤੇ ਕੀ ਕਰਨਾ ਪੈਂਦਾ ਹੈ? ਜੇ 25 ਤੇ ਹੋ ਤਾਂ ਫਿਰ ਜਾਂ ਤਾਂ ਪਿੱਛੇ ਨੂੰ ਆਓ, ਫਿਰ ਜ਼ੀਰੋ ਤੇ ਆਓਗੇ, ਜਾਂ ਫਿਰ ਅੱਗੇ ਨੂੰ ਵਧੋ, ਫਿਰ ਜ਼ੀਰੋ ਤੇ ਆਓਗੇ। ਪਰਮਾਤਮਾ ਦੇ ਘਰ ਦੀ ਜਿਹੜੀ ਖੇਡ ਹੈ ਨਾ, ਜਾਂ ਤਾਂ ਕਹੋਗੇ ਨੇਤ ਨੇਤ ਨਾ ਇਤੀ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਅਖੀਰ ਨੂੰ ਫਿਰ ਸ਼ੂਨਿਆ ਤੱਕ ਆ ਜਾਓਗੇ। ਜਾਂ ਫਿਰ ਸਵਕਾਰ ਕਰਦੇ ਚਲੇ ਜਾਓ, ਜਾਂ ਅੱਗੇ ਵਧਦੇ ਚਲੇ ਜਾਓ, ਜਾਂ ਤਾਂ ਪਿੱਛੇ ਚੱਲੋ, ਨਾ ਇਤੀ ਇਹ ਵੀ ਨਹੀਂ ਹੈ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਸੱਚ ਨਹੀਂ, ਇਹ ਵੀ ਸੱਚ ਨਹੀਂ, ਇਹ ਵੀ ਸੱਚ ਨਹੀਂ, ਤਾਂ ਜ਼ੀਰੋ ਤੇ ਸ਼ੂਨਿਆ ਤੱਕ, ਆਤਮਾ ਤੱਕ ਪਹੁੰਚੋਗੇ। ਜਾਂ ਫਿਰ ਅੱਗੇ ਨੂੰ ਵਧੋ, ਸਵਕਾਰ ਕਰਦੇ ਚਲੇ ਜਾਓ, ਇਹ ਵੀ ਉਸੇ ਦਾ ਰੂਪ ਹੈ, ਇਹਦੇ ਵਿੱਚ ਵੀ ਉਸੇ ਦੀ ਜੋਤ ਹੈ, ਇਹਦੇ ਵਿੱਚ ਵੀ ਉਸੇ ਦੀ ਜੋਤ ਹੈ। ਉਹ ਸੰਖ ਮੂਰਖੰਦ ਘੋਰ ਵਿੱਚ ਵੀ ਉਹੀ ਵਸਦਾ, ਸੰਖ ਨਾਮ ਸੰਖ ਥਾਮ ਵਿੱਚ ਵੀ ਉਹੀ ਵਸਦਾ। ਜਾਂ ਇਸ ਤਰ੍ਹਾਂ ਅੱਗੇ ਨੂੰ ਚੱਲਦੇ ਚਲੇ ਜਾਓ ਤਾਂ ਵੀ ਉੱਥੇ ਹੀ ਪਹੁੰਚੋਗੇ। ਹੁਣ ਜਦੋਂ ਉੱਥੇ ਪਹੁੰਚ ਗਏ ਜਿੱਥੇ ਸ਼ੂਨਿਆ ਹੈ, ਅਸਚਰਜ, ਉੱਥੇ ਜਾ ਕੇ ਫਿਰ ਕੁਝ ਕਹਿਣ ਨੂੰ ਬਾਕੀ ਨਹੀਂ ਰਹਿ ਜਾਂਦਾ। ਉੱਥੇ ਜਾ ਕੇ ਮਹਾਰਾਜ ਜੀ ਕਹਿੰਦੇ ਨੇ ਤੂੰ ਅਸਚਰਜ ਹੈ, ਤੂੰ ਅਸਚਰਜ ਹੈ। ਕੁਦਰਤ ਤੇਰੀ ਬਿਸਮਾ, ਤੇਰੀ ਸ਼ਕਤੀ ਵਿਸਮਾਦ ਹੈ। ਕੁਦਰਤ ਦਾ ਅਰਥ ਕਰਾਂਗੇ ਸ਼ਕਤੀ, ਤੇਰੀ ਸ਼ਕਤੀ ਵਿਸਮਾਦ ਹੈ। ਤੂੰ ਅਸਚਰਜ ਹੈ ਵਾਹਿਗੁਰੂ, ਔਰ ਤੇਰੀ ਕੁਦਰਤ ਵੀ ਅਸਚਰਜ ਹੈ, ਵਿਸਮਾਦ ਹੈ। ਰਹਾਉ ਤੁਧ ਆਪੇ ਕਾਰਣ ਆਪੇ ਕਰਣਾ। ਤੂੰ ਆਪ ਹੀ ਕਾਰਨ ਹੈ ਸਾਰੇ ਜਗਤ ਦਾ, ਸਾਰੀ ਸ੍ਰਿਸ਼ਟੀ ਦਾ ਕਾਰਨ ਤੂੰ ਆਪ ਹੈ, ਤੇ ਕਰਨ ਵਾਲਾ ਵੀ ਹੈ ਪ੍ਰਭੂ ਤੂੰ ਆਪ ਹੈ। ਕਰਨ ਵਾਲਾ ਵੀ ਆਪ ਹੈ ਤੇ ਕਾਰਨ ਵੀ ਤੂੰ ਆਪ ਹੈ, ਦੂਸਰਾ ਕੋਈ ਕਰਤਾ ਨਹੀਂ ਹੈ। ਹਾਂਜੀ। ਹੁਕਮੇ ਜੰਮਣਾ ਹੁਕਮੇ ਮਰਣਾ। हे ਪ੍ਰਭੂ ਤੇਰੇ ਹੁਕਮ 'ਚ ਹੀ ਜੀਵ ਜੰਮਦੇ ਨੇ, ਔਰ ਤੇਰੇ ਹੁਕਮ ਦੇ ਵਿੱਚ ਹੀ ਜੀਵ ਮਰਦੇ ਨੇ। ਜੰਮਣਾ ਵੀ ਤੇਰੇ ਹੁਕਮ ਵਿੱਚ ਹੈ, ਮਰਨਾ ਵੀ ਤੇਰੇ ਹੁਕਮ ਵਿੱਚ ਹੈ। ਇਹ ਦੋਵੇਂ ਕਲਾਵਾਂ ਜੋ ਹੋ ਰਹੀਆਂ ਨੇ ਸੰਸਾਰ ਵਿੱਚ, ਇਹ ਤੇਰੇ ਹੁਕਮ ਵਿੱਚ ਹੀ ਹੋ ਰਹੀਆਂ ਹਨ। ਨਾਮ ਤੇਰਾ ਮਨ ਤਨ ਆਧਾਰੀ। हे ਪ੍ਰਭੂ ਤੇਰਾ ਨਾਮ ਮੇਰੇ ਮਨ ਤੇ ਤਨ ਦਾ ਆਧਾਰ ਹੈ, ਆਸਰ ਹੈ। ਅਸੀਂ ਕਹਿਣ ਮਾਤਰ ਨਾਲ ਇਹੋ ਜਿਹੀਆਂ ਗੱਲਾਂ ਕਹਿ ਜ਼ਰੂਰ ਲੈਂਦੇ ਹਾਂ, ਮਹਾਰਾਜ ਜੀ ਸਾਡਾ ਤੁਹਾਡੇ ਬਿਨਾਂ ਕੌਣ ਹੈ ਜੀ, ਸਾਡਾ ਆਸਰਾ ਤਾਂ ਤੁਸੀਂ ਹੋ। ਕਹਿਣ ਮਾਤਰ ਨੂੰ ਸਾਡੇ ਕੋਲ ਗੱਲਾਂ ਹਨ, ਪਰ ਜੇ ਚੱਲਣਾ ਪਵੇ ਉਸ ਰਾਹ ਤੇ ਤਾਂ ਚੱਲਣਾ ਔਖਾ ਹੈ। ਇੱਕ ਸਾਧ ਦਾ ਚੇਲਾ ਸੀ, ਉਹਨੇ ਆਪਣੇ ਚੇਲੇ ਨੂੰ ਆਖਿਆ, ਬੇਟਾ
ਜਾ ਪਾਣੀ ਭਰ ਕੇ ਲਿਆ ਤੇ ਮੈਂ ਇਸ਼ਨਾਨ ਕਰ ਲਵਾਂ। ਚੇਲਾ ਕਹਿੰਦਾ ਸੀ, ਮਹਾਰਾਜ ਮੇਰੇ ਤਾਂ ਤੁਸੀਂ ਹੋ, ਮੈਂ ਤੁਹਾਨੂੰ ਛੱਡ ਕੇ ਕਿੱਥੇ ਜਾਣਾ। ਉਹ ਕਹਿਣ ਲੱਗਾ ਵੀ ਤੂੰ ਗੱਲਾਂ ਕਰੀ ਜਾਂਦਾ, ਮੈਂ ਤੈਨੂੰ ਕਹਿਣਾ ਵੀ ਜਾ ਕੇ ਪਾਣੀ ਲੈ ਕੇ ਆ, ਮੈਂ ਇਸ਼ਨਾਨ ਕਰਨਾ। ਉਹ ਕਹਿੰਦਾ ਮਹਾਰਾਜ ਹੁਣੇ ਜਾਣਾ ਜੀ। ਫਿਰ ਬੈਠਾ ਰਿਹਾ। ਸਾਧ ਨੇ ਆਖਿਆ ਵੀ ਜਾਂਦਾ ਨਹੀਂ। ਉਹ ਕਹਿੰਦਾ ਵੀ ਪਾਣੀ ਲੈਣ ਤਾਂ ਚੱਲਿਆ ਸੀ ਮੈਂ ਜਾਣਨਾ ਚਾਹੁੰਦਾ ਵੀ ਪਾਣੀ ਖੂਹ ਤੋਂ ਭਰ ਕੇ ਲਿਆਵਾਂ ਕਿ ਨਦੀ ਚੋਂ ਭਰ ਕੇ ਲਿਆਵਾਂ। ਸਾਧ ਨੇ ਆਖਿਆ ਵੀ ਪਾਣੀ ਹੋਣਾ ਚਾਹੀਦਾ, ਇਸ਼ਨਾਨ ਕਰਨ ਯੋਗ ਹੋਵੇ, ਭਾਵੇਂ ਖੂਹ ਚੋਂ ਲਿਆ ਭਰ ਕੇ ਤੇ ਭਾਵੇਂ ਨਦੀ ਚੋਂ ਭਰ ਕੇ ਲਾਇਆ, ਰੱਬ ਦਾ ਵਾਸਤਾ ਪਾਣੀ ਲੈ ਆ। ਉਹ ਫਿਰ ਬੈਠਾ, ਕਹਿੰਦਾ ਜੀ ਮੈਂ ਜਾਂਦਾ ਹਾਂ। ਚਲੋ ਪਾਣੀ ਲੈ ਕੇ ਆਵਾਂ, ਪਾਣੀ ਗਰਮ ਕਰਕੇ ਲਿਆਵਾਂ ਕਿ ਪਾਣੀ ਠੰਡਾ ਕਰਕੇ ਲਿਆਵਾਂ। ਉਹ ਕਹਿੰਦਾ ਮੈਨੂੰ ਪਾਣੀ ਜਿਹੋ ਜਿਹਾ ਵੀ ਹੋਵੇ, ਇਸ਼ਨਾਨ ਕਰਨ ਲਾਇਕ ਹੋਵੇ, ਭਾਵੇਂ ਗਰਮ ਹੋਵੇ ਭਾਵੇਂ ਠੰਡਾ ਹੋਵੇ, ਲੈ ਆ। ਫਿਰ ਉੱਥੇ ਬੈਠਾ, ਕਹਿੰਦਾ ਜੀ ਬਸ ਹੁਣੇ ਗਿਆ, ਗੋਲੀ ਵਾਂਗੂ ਜਾਵਾਂਗਾ, ਦੇਰ ਨਹੀਂ ਲਾਵਾਂਗਾ। ਫਿਰ ਬੈਠਾ, ਉੱਠੇ ਨਾ, ਕਹਿੰਦੇ ਜਾਂਦਾ ਨਹੀਂ। ਕਹਿੰਦਾ ਹੁਣ ਇਹ ਦੱਸੋ ਵੀ ਪਾਣੀ ਬਾਲਟੀ 'ਚ ਭਰ ਕੇ ਲਿਆਵਾਂ ਕਿ ਘੜੇ 'ਚ ਲਿਆਵਾਂ। ਉਹ ਕਹਿੰਦਾ ਤੇਰੇ ਨਾਲ ਮਗਜਮਾਰੀ ਕਰਨ ਨਾਲੋਂ ਚੰਗਾ ਮੈਂ ਆਪ ਹੀ ਉੱਠ ਕੇ ਇਸ਼ਨਾਨ ਕਰ ਆਵਾਂ। ਕਹਿੰਦਾ ਮੈਂ ਵੀ ਇਹੀ ਚਾਹੁੰਦਾ ਸੀ ਵੀ ਆਪਣੀ ਇੱਛਾ ਨਾਲ ਜਿਵੇਂ ਮਰਜ਼ੀ ਇਸ਼ਨਾਨ ਕਰੋ, ਕਿਉਂ ਮੇਰੇ ਤੇ ਨਿਰਭਰ ਹੁੰਦੇ ਹੋ। ਸਾਡੀ ਆਦਤ ਕੁਝ ਇਹੋ ਜਿਹੀ ਹੋ ਗਈ, ਅਸੀਂ ਨਾ ਵੀ ਨਹੀਂ ਕਰਨੀ ਤੇ ਕਰਨਾ ਵੀ ਕੁਝ ਨਹੀਂ। ਅਸੀਂ ਸਭ ਕਹੇ ਮਹਾਰਾਜ ਜੀ ਤੁਸੀਂ ਇਹ ਵੀ ਠੀਕ ਕਹਿੰਦੇ ਹੋ, ਗੱਲ ਆ ਵੀ ਮਹਾਰਾਜ ਤੁਹਾਡਾ ਹੁਕਮ ਠੀਕ ਹੈ, ਸਭ ਕੁਝ, ਨਾ ਵੀ ਨਹੀਂ ਕਰਨੀ ਵੀ ਮਹਾਰਾਜ ਤੁਸੀਂ ਇਹ ਗਲਤ ਕਹਿੰਦੇ ਹੋ, ਇਹ ਵੀ ਨਹੀਂ ਕਹਿਣਾ, ਪਰ ਕਰਨਾ ਵੀ ਕੁਝ ਨਹੀਂ। ਸਾਡੇ ਹਾਲਾਤ ਇਹੋ ਜਿਹੇ ਹੋਏ ਹੋਏ, ਗੱਲਾਂ ਮਾਤਰ ਨਾਲ ਕਹਿ ਦਿੰਦੇ ਆ ਮਹਾਰਾਜ ਤੁਹਾਡਾ ਨਾਮ ਸਾਡੇ ਮਨ ਤਨ ਦਾ ਆਧਾਰ ਹੈ, ਪਰ ਅੰਦਰ ਪ੍ਰੈਕਟੀਕਲੀ ਰੂਪ 'ਚ ਵੇਖੀਏ ਕਿ ਸਾਡੇ ਹਿਰਦੇ 'ਚ ਹਰੀ ਨਾਮ ਵਸਿਆ ਹੈ, ਕਿ ਵਾਕਈ ਸਾਡੇ ਮਨ ਤਨ ਦਾ ਆਧਾਰ ਨਾਮ ਬਣਿਆ ਹੋਇਆ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਇਸ ਅਵਸਥਾ ਤੇ ਪਹੁੰਚੇ ਹੋਏ ਨੇ। ਕਹਿੰਦੇ ਹੇ ਪ੍ਰਭੂ ਤੇਰਾ ਨਾਮ ਮੇਰੇ ਮਨ ਔਰ ਮੇਰੇ ਤਨ ਦਾ ਆਧਾਰ ਹੈ। ਨਾਨਕ ਦਾਸ ਬਖਸ਼ੀਸ ਤੁਮਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਕਿ ਹੇ ਪ੍ਰਭੂ ਇਹ ਤੇਰੀ ਬਖਸ਼ਿਸ਼ ਹੈ ਕਿ ਤੇਰਾ ਨਾਮ ਮੇਰੇ ਮਨ ਤਨ ਦਾ ਆਧਾਰ ਬਣਿਆ ਹੋਇਆ। ਮੇਰੀ ਕੋਈ ਘਾਲਣਾ ਨਹੀਂ, ਇਹ ਕੋਈ ਮੇਰੀ ਤਪੱਸਿਆ ਜਾਂ ਮੇਰੀ ਸਾਧਨਾ ਨਹੀਂ। ਜੇ ਮੇਰੇ ਮਨ ਤਨ ਦਾ ਆਧਾਰ ਤੇਰਾ ਨਾਮ ਬਣਿਆ ਹੋਇਆ ਤਾਂ ਇਹ ਤੇਰੀ ਬਖਸ਼ਿਸ਼ ਹੈ, ਤੇਰੀ ਕਿਰਪਾ ਹੈ, ਤੇਰੀ ਦਇਆ ਹੈ, ਤੇਰੀ ਦਇਆ ਬਿਨਾ ਨਹੀਂ। ਇਸ ਪਾਵਨ ਸ਼ਬਦ ਵਿੱਚ ਪੰਜਵੇਂ ਗੁਰਦੇਵ ਨੇ ਕਰਤਾ ਈਸ਼ਵਰ ਅਕਾਲ ਪੁਰਖ ਨੂੰ ਕਿਹਾ ਕਿ ਸਭ ਕੁਝ ਕਰਨ ਤੇ ਕਰਾਉਣ ਵਾਲਾ ਹੈ ਪ੍ਰਭੂ ਤੂੰ ਆਪ ਹੈ, ਸਾਡੇ ਵੱਸ ਸਾਡੇ ਅਖਤਿਆਰ ਕੁਝ ਵੀ ਨਹੀਂ।